ਗੁੱਡ ਮਾਰਨਿੰਗ ਪਿਆਰੇ ਬੱਚਿਓ, ਤੁਸੀਂ ਸਭ ਕਿਵੇਂ ਹੋ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਘਰ ਵਿੱਚ ਠੀਕ ਹੀ ਹੋਵੋਗੇ। ਕਰੋਨਾ ਵਾਇਰਸ ਦੇ ਕਾਰਨ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ, ਕੋਈ ਵੀ ਘਰ ਤੋਂ ਬਾਹਰ ਨਾ ਜਾਓ। ਮੂੰਹ 'ਤੇ ਮਾਸਕ ਲਗਾ ਕੇ ਰੱਖੋ ਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ। ਜਦੋਂ ਵੀ ਕਿਤੇ ਬਾਹਰ ਜਾਵੋ ਤਾਂ ਤੁਸੀਂ ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਰੱਖੋ। ਸਾਰੇ ਬੱਚਿਆਂ ਦਾ ਪੰਜਾਬੀ ਦੀ ਜਮਾਤ ਵਿੱਚ ਸਵਾਗਤ ਹੈ। ਪਾਠ 7ਵਾਂ ਮਿੱਤਰ ਦੀ ਪਹਿਚਾਣ। ਇੱਕ ਜੰਗਲ ਵਿੱਚ ਇੱਕ ਹਿਰਨ ਰਹਿੰਦਾ ਸੀ। ਕਾਂ ਉਸ ਦਾ ਇੱਕ ਮਿੱਤਰ ਸੀ। ਉਹ ਦੋਵੇਂ ਇੱਕ ਦੂਜੇ ਦੇ ਨੇੜੇ ਨੇੜੇ ਰਹਿੰਦੇ ਸਨ। ਸਵੇਰੇ ਸਵੇਰੇ ਜਦੋਂ ਆਪਣੀ ਭੁੱਖ ਮਿਟਾਉਣ ਲਈ ਇੱਧਰ ਉੱਧਰ ਨਿਕਲ ਜਾਂਦੇ, ਸ਼ਾਮ ਨੂੰ ਵਾਪਸ ਪਰਤ ਆਉਂਦੇ, ਆ ਕੇ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ, ਗੱਲਾਂ ਬਾਤਾਂ ਕਰਦੇ ਤੇ ਸੋ ਜਾਂਦੇ। ਇਉਂ ਇਹਨਾਂ ਦਾ ਸਮਾਂ ਸੁੱਖ ਸ਼ਾਂਤੀ ਨਾਲ ਬੀਤ ਰਿਹਾ ਸੀ। ਇੱਕ ਦਿਨ ਹਿਰਨ ਆਪਣੇ ਭੋਜਨ ਦੀ ਭਾਲ ਵਿੱਚ ਜੰਗਲ ਵਿੱਚ ਫਿਰ ਰਿਹਾ ਸੀ। ਉਸ ਨੇ ਇੱਕ ਗਿੱਦੜ ਨੂੰ ਦੂਰੋਂ ਤੋਂ ਦੇਖਿਆ। ਪਲੇ ਹੋਏ ਗੁਦਗੁਦੇ ਸ਼ਾਮ ਵੇਲੇ ਗੁਦਗੁਦੇ ਮਾਸ ਵਾਲੇ ਹਿਰਨੇ ਨੂੰ ਵੇਖ ਕੇ ਗਿੱਦੜ ਨੇ ਮੂੰਹ ਵਿੱਚ ਪਾਣੀ ਭਰ ਆਇਆ। ਉਸ ਨੇ ਸੋਚਿਆ ਕਿ ਇਸ ਹਿਰਨ ਨੂੰ ਕਿਵੇਂ ਨਾ ਕਿਵੇਂ ਸ਼ਿਕਾਰ ਬਣਾਇਆ ਜਾਵੇ ਤੇ ਇਸ ਦਾ ਮਾਸ ਖਾਧਾ ਜਾਵੇ। ਹਿਰਨ ਗਿੱਦੜ ਦੀ ਕਾਬੂ ਆਉਣ ਵਾਲਾ ਨਹੀਂ ਸੀ। ਗਿੱਦੜ ਕੁਝ ਸੋਚ ਕੇ ਹਿਰਨ ਦੇ ਕੋਲ ਗਿਆ। ਗਿੱਦੜ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਹਿਰਨ ਚੀਕਿਆ, ਕੌਣ ਹੈ ਤੂੰ? ਖਬਰਦਾਰ ਜੇ ਅੱਗੇ ਵਧਿਆ। ਗਿੱਦੜ ਮੀਸਣਾ ਬਣ ਕੇ ਬੋਲਿਆ, ਸੱਜਣਾ ਕਿਸੇ ਉਪਰੇ ਬਾਰੇ ਕੁਝ ਜਾਣੇ ਬਿਨਾਂ ਇਵੇਂ ਕਬੋਲ ਨਹੀਂ ਬੋਲਣੇ ਚਾਹੀਦੇ। ਮੈਂ ਤਾਂ ਪਰਦੇਸੀ ਹਾਂ। ਤੈਨੂੰ ਇਸ ਜੰਗਲ ਵਿੱਚ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਕੋਈ ਸਾਥੀ ਮਿਲ ਗਿਆ ਹੈ। 4 ਦਿਨ ਪਰਦੇਸ ਵਿੱਚ ਖੁਸ਼ੀ ਨਾਲ ਬੀਤਣਗੇ, ਪਰ ਤੂੰ ਤਾਂ ਮੈਨੂੰ ਦੂਰੋਂ ਹੀ ਨਫ਼ਰਤ ਕਰ ਰਿਹਾ ਹੈ। ਹਿਰਨ ਨੇ ਫਿਰ ਤਾੜਨਾ ਕਰਦੇ ਹੋਏ ਕਿਹਾ, ਠੀਕ ਹੈ, ਤੂੰ ਪਰਦੇਸੀ ਹੈ, ਪਰ ਮੈਂ ਤਾਂ ਸਾਡਾ ਦੁਸ਼ਮਣ। ਤੂੰ ਮਾਸਖੋਰਾ ਹੈ ਤੇ ਕਿਸੇ ਵੇਲੇ ਵੀ ਧੋਖਾ ਦੇ ਕੇ ਵੈਰ ਕਮਾ ਸਕਦਾ ਹੈ। ਮੀਸਣੇ ਗਿੱਦੜ ਨੇ ਫਿਰ ਕਿਹਾ, ਰਾਮ ਰਾਮ ਭਰਾਵਾ, ਮੈਂ ਤਾਂ ਮਾਸ ਖਾਣਾ ਤਿਆਗ ਦਿੱਤਾ ਹੈ ਤੇ ਫਲ ਫੁੱਲ ਖਾ ਕੇ ਹੀ ਢਿੱਡ ਭਰਦਾ ਹਾਂ। ਸੱਚ ਤਾਂ ਇਹ ਹੈ ਕਿ ਮੈਂ ਇੱਥੇ ਗੰਗਾ ਇਸ਼ਨਾਨ ਵਾਸਤੇ ਆਇਆ ਹਾਂ ਤਾਂ ਜੋ ਜੀਵਨ ਮੁਕਤੀ ਪ੍ਰਾਪਤ ਕਰ ਸਕਾਂ। ਹਿਰਨ ਗਿੱਦੜ ਦੀਆਂ ਗੱਲਾਂ ਤੋਂ ਪਸੀਜ ਗਿਆ ਤੇ ਨਰਮੀ ਨਾਲ ਬੋਲਿਆ, ਠੀਕ ਹੈ ਭਰਾਵਾ, ਮੈਨੂੰ ਕੀ ਪਤਾ ਸੀ ਤੂੰ ਬੜੀ ਖੁਸ਼ੀ ਨਾਲ ਇੱਥੇ ਰਹੂੰ। ਗਿੱਦੜ ਨੇ ਆਪਣੀ ਚਾਲ ਚੱਲੀ ਦੇਖ ਕੇ ਫਿਰ ਨਰਮੀ ਨਾਲ ਕਿਹਾ, ਮਿੱਤਰਾ, ਜ਼ਿੰਦਗੀ ਤਾਂ 2 ਦਿਨ ਦੀ ਹੈ। ਕੱਲ੍ਹ ਦਾ ਕੀ ਭਰੋਸਾ ਨਹੀਂ। ਕਿਸੇ ਨਾਲ ਵੈਰ ਕਿਉਂ ਕਰਨਾ ਹੋਇਆ? ਰੱਬ ਤੈਨੂੰ
ਭਾਗ ਲਾਵੇ। ਮੈਂ ਇਸ ਜੰਗਲ ਤੋਂ ਬਿਲਕੁਲ ਅਣਜਾਣ ਹਾਂ ਤੇ ਤੂੰ ਕਹੇ ਤਾਂ ਮੈਂ ਤੇਰੇ ਕੋਲੋਂ ਹੀ ਰਹਿ ਪਵਾਂ। ਹਿਰਨ ਨੇ ਆਖਿਆ, ਹਾਂ ਹਾਂ, ਤੂੰ ਬੜੀ ਖੁਸ਼ੀ ਨਾਲ ਮੇਰੇ ਕੋਲ ਰਹਿ ਸਕਦਾ ਏ। ਮੈਨੂੰ ਕੀ ਦੁੱਖ ਹੈ, ਸਗੋਂ ਕੰਠੇ ਰਹਿਣ ਨਾਲ ਵਕਤ ਸੁਨਹਿਰਾ ਬੀਤੇਗਾ। ਸ਼ਾਮ ਪਈ ਤਾਂ ਗਿੱਦੜ ਹਿਰਨ ਨਾਲ ਹੀ ਉਸ ਦੇ ਟਿਕਾਣੇ 'ਤੇ ਚਲਾ ਗਿਆ। ਜਦ ਟਿਕਾਣੇ 'ਤੇ ਨੇੜੇ ਪਹੁੰਚੇ ਤਾਂ ਕਾਂ ਨੇ ਹਿਰਨ ਦੇ ਨਾਲ ਗਿੱਦੜ ਨੂੰ ਆਉਂਦਿਆਂ ਦੇਖ ਕੇ ਬੜੇ ਕਰੋਪ ਨਾਲ ਆਖਿਆ, ਹਿਰਨ ਮਿੱਤਰਾ, ਇਹ ਆਪਣੇ ਨਾਲ ਕਿਸ ਦੁਸ਼ਟ ਵੈਰੀ ਨੂੰ ਲੈ ਕੇ ਆਇਆ ਹੈ? ਤੂੰ ਇਸ ਦੇ ਜਾਲ ਵਿੱਚ ਕਿਵੇਂ ਫਸ ਗਿਓ? ਗਿੱਦੜ ਬੋਲਿਆ, ਹਿਰਨ ਭਰਾਵਾ, ਇਹ ਤੇ ਮੇਰਾ ਬੜਾ ਅਨਾਦਰ ਹੋਇਆ ਹੈ। ਮੈਂ ਵਾਪਸ ਜਾਂਦਾ ਹਾਂ। ਇਸ ਤਰ੍ਹਾਂ ਬੇਇੱਜ਼ਤੀ ਕਰਾਉਣ ਨਾਲੋਂ ਤਾਂ ਬੇਘਰ ਹੀ ਚੰਗਾ ਹਾਂ। ਹਿਰਨ ਨੂੰ ਉਸ ਦੀ ਗੱਲ ਸੁਣ ਕੇ ਦੁੱਖ ਹੋਇਆ। ਉਹ ਬੋਲਿਆ, ਨਹੀਂ ਮਿੱਤਰਾ, ਤੂੰ ਠਹਿਰ। ਕਾਂ ਮੇਰਾ ਚੰਗਾ ਮਿੱਤਰ ਹੈ, ਉਸ ਨੇ ਤੇਰੇ ਬਾਰੇ ਪਤਾ ਨਹੀਂ। ਫਿਰ ਹਿਰਨ ਨੇ ਕਾਂ ਨੂੰ ਸੰਬੋਧਨ ਕਰਕੇ ਕਿਹਾ, ਮਿੱਤਰਾ ਕਾਵਾਂ, ਤੈਨੂੰ ਮੇਰੇ ਪ੍ਰਾਹੁਣੇ ਦਾ ਇਨਾਦਰ ਨਹੀਂ ਸੀ ਕਰਨਾ ਚਾਹੀਦਾ। ਇਸ ਪਰਦੇਸੀ ਤੇ ਨੇਕ ਜੀਵ ਹੈ। ਮੈਂ ਆਪ ਇਸ ਨੂੰ ਆਪਣੇ ਕੋਲ ਲੈ ਕੇ ਆਇਆ ਹਾਂ। ਕਾਂ ਨੂੰ ਹੋਰ ਵੀ ਕਰੋਪ ਆ ਗਿਆ। ਉਹ ਫਿਰ ਬੋਲਿਆ, ਓ ਭੋਲੇ ਮਿੱਤਰਾ, ਤੂੰ ਇਸ ਨੀਚ ਨੂੰ ਨਹੀਂ ਜਾਣ ਸਕਿਆ। ਇਹ ਜ਼ਰੂਰ ਤੈਨੂੰ ਕਿਸੇ ਬਿਪਤਾ ਵਿੱਚ ਫਸਾ ਕੇ ਮਾਰੇਗਾ। ਹਿਰਨ ਨੂੰ ਬੁਰਾ ਲੱਗਿਆ। ਉਸ ਨੇ ਕਾਂ ਨੂੰ ਰੁੱਖ ਹੋ ਕੇ ਆਖਿਆ, ਕਾਂ ਭਰਾਵਾ, ਤੈਨੂੰ ਇਹ ਕਬੋਲ ਨਹੀਂ ਬੋਲਣੇ ਚਾਹੀਦੇ। ਉਹ ਮੇਰੇ ਘਰ ਆਇਆ ਹੈ, ਉਸ ਦਾ ਇਨਾਦਰ ਮੇਰਾ ਨਿਰਾਦਰ ਹੈ। ਕਾਂ ਬੜਾ ਦੁਖੀ ਹੋਇਆ ਤੇ ਬੋਲਿਆ, ਤੇਰੀ ਮਰਜ਼ੀ ਭਰਾਵਾ, ਪਰ ਤੂੰ ਇੱਕ ਦਿਨ ਪਛਤਾਵੇਂਗਾ ਤੇ ਮੇਰੀ ਗੱਲ ਨੂੰ ਯਾਦ ਕਰੇਂਗਾ ਕਿ ਕਾਂ ਠੀਕ ਕਹਿੰਦਾ ਸੀ। ਇਹ ਕਹਿ ਕੇ ਕਾਂ ਚੁੱਪ ਹੋ ਗਿਆ ਤੇ ਦੋਹਾਂ ਵਿੱਚ ਬੋਲਚਾਲ ਬੰਦ ਹੋ ਗਈ। ਇਸ ਤੋਂ ਬਾਅਦ ਤਿੰਨ ਆਪਣੇ ਆਪਣੇ ਢਿੱਡ ਭਰਨ ਲਈ ਸਵੇਰੇ ਹੀ ਨਿਕਲ ਜਾਂਦੇ ਤੇ ਸ਼ਾਮ ਨੂੰ ਆ ਕੇ ਆਰਾਮ ਕਰਦੇ। ਜਦ ਕੁਝ ਦਿਨ ਬੀਤ ਗਏ ਤਾਂ ਗਿੱਦੜ ਨੇ ਸੋਚਿਆ ਕਿ ਹੁਣ ਹਿਰਨ ਉਸ 'ਤੇ ਪੂਰਾ ਭਰੋਸਾ ਕਰ ਬੈਠਾ ਹੈ, ਹੁਣ ਕੋਈ ਚਾਲ ਚੱਲਣੀ ਚਾਹੀਦੀ ਹੈ। ਕਿਵੇਂ ਨਾ ਕਿਵੇਂ ਇਹ ਹਿਰਨ ਮਰਵਾਇਆ ਜਾਵੇ ਤੇ ਇਸ ਦਾ ਲੁੱਸ ਕਰਦਾ ਮਾਸ ਆਨੰਦ ਨਾਲ ਖਾਧਾ ਜਾਵੇ। ਇੱਕ ਦਿਨ ਗਿੱਦੜ ਨੇ ਹਿਰਨ ਨੂੰ ਬੜੇ ਨਿੱਘੇ ਬੋਲਾਂ ਵਿੱਚ ਆਖਿਆ, ਭਰਾ ਹਿਰਨਾ, ਤੂੰ ਅੱਗੇ ਨਾਲੋਂ ਕਮਜ਼ੋਰ ਹੋ ਗਿਆ ਹੈ। ਜਾਪਦਾ ਹੈ ਕਿ ਤੈਨੂੰ ਚੰਗਾ ਘਾਹ ਪੱਠਾ ਪਾਉਣ ਨੂੰ ਨਹੀਂ ਮਿਲਦਾ ਤੇ ਜੇ ਤੂੰ ਮੇਰੇ ਨਾਲ ਚੱਲੇ ਤਾਂ ਮੈਂ ਤੈਨੂੰ ਹਰੀ ਅੰਗੂਰਾਂ ਬੱਲੀਆਂ ਚਰਾਂਦਾ ਦਿਖਾਵਾਂਗਾ। ਹਰੇ ਹਰੇ ਝੋਨੇ ਦੇ ਲਹਿਰਾਉਂਦੇ ਖੇਤ ਹਨ। ਚਾਰਾ ਗਹਿਰਾਈਆਂ ਨਾਲ ਹੀ ਢਿੱਡ ਭਰ
ਜਾਵੇਗਾ। ਹਿਰਨ ਨੇ ਕਿਹਾ, ਭਰਾਵਾ ਕਿਤੇ ਫਸ ਹੀ ਨਾ ਜਾਈਏ, ਐਂਦਾ ਹੀ ਠੀਕ ਹੈ। ਗਿੱਦੜ ਝੱਟ ਬੋਲਿਆ, ਤੈਨੂੰ ਮੇਰੇ 'ਤੇ ਵਿਸ਼ਵਾਸ ਨਹੀਂ? ਮੈਂ ਤੇਰੇ ਨਾਲ ਹੋਵਾਂਗਾ, ਫਿਰ ਤੈਨੂੰ ਕਹਾਂਦਾ ਡਰ। ਹਿਰਨ ਮੰਨ ਗਿਆ ਤੇ ਦੂਜੇ ਦਿਨ ਗਿੱਦੜ ਨੇ ਨਾਲ ਚਲਾ ਗਿਆ। ਹਰੇ ਝੋਨੇ ਦੇ ਖੇਤ ਵੇਖ ਕੇ ਹਿਰਨ ਦਾ ਮਨ ਖਿੜ ਗਿਆ। ਉਸ ਨੇ ਖੂਬ ਢਿੱਡ ਭਰ ਕੇ ਹਰੇ ਪੱਠੇ ਚਰੇ ਤੇ ਆਨੰਦ ਮਾਰਿਆ। ਰੋਜ਼ ਖੇਤ ਚਰਿਆ ਹੋਇਆ ਦੇਖ ਕੇ ਖੇਤ ਦੇ ਮਾਲਕ ਨੂੰ ਬੜਾ ਦੁੱਖ ਹੋਇਆ। ਉਸ ਨੇ ਹਿਰਨ ਨੂੰ ਫੜਨ ਵਾਸਤੇ ਖੇਤ ਵਿੱਚ ਜਾਲ ਲਾ ਦਿੱਤਾ। ਦੂਜੇ ਦਿਨ ਜਦ ਹਿਰਨ ਖੇਤ ਵਿੱਚ ਚਰਨ ਲਈ ਫੜਿਆ ਤਾਂ ਜਾਲ ਵਿੱਚ ਫਸ ਗਿਆ। ਉਸ ਨੇ ਜਾਲ ਵਿੱਚੋਂ ਨਿਕਲਣ ਵਾਸਤੇ ਬੜੇ ਹੱਥ ਪੈਰ ਮਾਰੇ, ਪਰ ਅਸਫਲ ਹੀ ਰਿਹਾ। ਗਿੱਦੜ ਪਹਿਲੀ ਹੀ ਇਸ ਤਾਕ ਵਿੱਚ ਸੀ। ਉਸ ਨੇ ਜਿਉਂ ਹੀ ਹਿਰਨ ਨੂੰ ਫਸਾਇਆ ਡਿੱਠਾ ਤਾਂ ਬੜਾ ਖੁਸ਼ ਹੋਇਆ, ਇਹ ਪੱਕਾ ਕਰਨ ਲਈ ਕਿ ਹਿਰਨ ਹੁਣ ਚੰਗੀ ਤਰ੍ਹਾਂ ਫਸ ਗਿਆ ਹੈ ਕਿ ਨਹੀਂ ਉਹ ਜਾਲ ਦੇ ਕੋਲ ਗਿਆ। ਹਿਰਨ ਨੇ ਜਿਉਂ ਹੀ ਗਿੱਦੜ ਨੂੰ ਆਉਂਦਿਆਂ ਦੇਖਿਆ ਤਾਂ ਖੁਸ਼ੀ ਨਾਲ ਉਛਲ ਕੇ ਬੋਲਿਆ, ਆ ਬਈ ਭਰਾਵਾ, ਮੈਨੂੰ ਪਤਾ ਸੀ ਕਿ ਤੂੰ ਜ਼ਰੂਰ ਮੇਰੀ ਮਦਦ ਨੂੰ ਆਵੇਂਗਾ। ਲੈ ਹੁਣ ਛੇਤੀ ਜਾਲ ਦੀਆਂ ਤੰਦੀਆਂ ਟੁੱਕ ਦੇ, ਮੈਨੂੰ ਆਜ਼ਾਦ ਕਰਾ। ਦੰਸ ਨੂੰ ਮੂੰਹ ਨਹੀਂ ਲਾਉਣਾ। ਹਾਂ, ਕੁਲ ਦਿਨ ਚੜ੍ਹਦੇ ਹੀ ਮੈਂ ਤੈਨੂੰ ਛੁਡਾ ਲਵਾਂਗਾ। ਹਿਰਨ ਦਾ ਦਿਲ ਟੁੱਟ ਗਿਆ ਤੇ ਉਹ ਦੁਖੀ ਹੋ ਕੇ ਬੋਲਿਆ। ਗਿੱਦੜ ਬੁਰਾ ਜਿਹਾ ਮੂੰਹ ਬਣਾ ਕੇ ਬੋਲਿਆ, ਮੈਨੂੰ ਬੜਾ ਅਫ਼ਸੋਸ ਹੈ ਕਿ ਮੇਰਾ ਅੱਜ ਮੰਗਲਵਾਰ ਦਾ ਵਰਤ ਹੈ। ਮੈਂ ਅੱਜ 10 ਨੂੰ ਮੂੰਹ ਨਹੀਂ ਲਾਉਣਾ। ਹਾਂ, ਕੁਲ ਦਿਨ ਚਰਦੇ ਹੀ ਮੈਂ ਤੈਨੂੰ ਛੁਡਾ ਲਵਾਂਗਾ। ਹਿਰਨ ਦਾ ਦਿਲ ਟੁੱਟ ਗਿਆ ਤੇ ਉਹ ਦੁਖੀ ਹੋ ਕੇ ਬੋਲਿਆ, ਓ ਦੁਸ਼ਟਾ, ਤੂੰ ਸੱਚਮੁੱਚ ਧੋਖੇਬਾਜ਼ ਨਿਕਲਿਆ। ਕਾਂ ਠੀਕ ਕਹਿੰਦਾ ਸੀ, ਮੇਰੀ ਜਾਲ ਕੁੜਕੀ ਵਿੱਚ ਫਸੀ ਹੈ ਤੇ ਮੈਨੂੰ ਆਪਣੇ ਵਰਤ ਦਾ ਬਹਾਨਾ ਕਰ ਰਿਹਾ ਹੈ। ਜਾ ਦਫਾ ਹੋ ਜਾ ਦੁਸ਼ਟਾ। ਗਿੱਦੜ ਇੱਕ ਪਾਸੇ ਹੋ ਕੇ ਇੱਕ ਝਾੜੀ ਵਿੱਚ ਲੁਕ ਗਿਆ ਤੇ ਉਡੀਕਣ ਲੱਗਾ ਕਿ ਕਦ ਮਾਲਕ ਆਵੇਗਾ ਤੇ ਹਿਰਨ ਨੂੰ ਮਾਰ ਕੇ ਸੁੱਟੇਗਾ ਤੇ ਕਦ ਉਹ ਉਸ ਦਾ ਲੁੱਸ ਕਰਦਾ ਕੁਲਾ ਮਾਸ ਆਨੰਦ ਨਾਲ ਖਾਵੇਗਾ। ਸ਼ਾਮ ਪੈ ਗਈ। ਹਿਰਨ ਵਿਚਾਰਾ ਜਾਲ ਵਿੱਚ ਫਸਿਆ ਮੌਤ ਨੂੰ ਉਡੀਕ ਰਿਹਾ ਸੀ। ਉੱਧਰ ਕਾਂ ਨੇ ਦੇਖਿਆ ਕਿ ਹਿਰਨ ਅੱਜ ਵਾਪਸ ਨਹੀਂ ਆਇਆ। ਉਸ ਨੂੰ ਸ਼ੱਕ ਹੋਇਆ ਕਿ ਕਿਤੇ ਗਿੱਦੜ ਨੇ ਉਸ ਨੂੰ ਮੁਸੀਬਤ ਵਿੱਚ ਨਾ ਫਸਾ ਦਿੱਤਾ ਹੋਵੇ। ਕਾਂ ਹਿਰਨ ਨੂੰ ਲੱਭਣ ਨਿਕਲ ਪਿਆ। ਉਹ ਲੱਭਦਾ ਉਸ ਥਾਂ ਆ ਗਿਆ ਜਿੱਥੇ ਹਿਰਨ ਜਾਲ ਵਿੱਚ ਫਸਿਆ ਹੋਇਆ ਸੀ। ਉਸ ਨੇ ਵੇਖ ਕੇ ਕਾਂ ਨੂੰ ਬੜਾ ਦੁੱਖ ਹੋਇਆ। ਉਸ ਨੇ ਹਿਰਨ ਨੂੰ ਸੰਬੋਧਨ ਕਰਦੇ ਕਿਹਾ, ਕਿਉਂਕਿ ਮਿੱਤਰਾ ਫਸ ਗਿਆ, ਨਾ
ਆਖਿਰ ਦੁਸ਼ਟ ਦੀ ਚਾਲ ਵਿੱਚ ਤੂੰ ਮੈਨੂੰ ਬੁਰਾ ਸਮਝਿਆ ਸੀ। ਹੁਣ ਦੱਸ ਕੀ ਹਾਲ ਹੈ ਤੇਰਾ। ਹਿਰਨ ਪਿੱਦੜਤ ਹੋ ਕੇ ਬੋਲਿਆ, ਸੱਚ ਹੈ ਮਿੱਤਰਾ, ਮੈਂ ਤੇਰਾ ਕਿਹਾ ਨਾ ਮੰਨਿਆ ਤੇ ਅੰਤ ਮੌਤ ਦੇ ਮੂੰਹ ਵਿੱਚ ਫਸ ਗਿਆ। ਚੰਗਾ ਜੋ ਭਾਰਾ ਵਿੱਚ ਇਸ ਉਹ ਸੀ ਮਿਲਿਆ। ਕਾਂ ਬੋਲਿਆ ਭੋਲਿਆ ਮਿੱਤਰਾ, ਫਿਕਰ ਨਾ ਕਰ ਤੇ ਧਿਆਨ ਨਾਲ ਮੇਰੀ ਗੱਲ ਸੁਣ। ਕਿਸਾਨ ਆਵੇਗਾ ਤਾਂ ਮੈਂ ਤੈਨੂੰ ਬੁਲਾਵਾਂਗਾ, ਤਦ ਤੂੰ ਆਪਣੇ ਆਪ ਨੂੰ ਮਰਿਆ ਹੋਇਆ ਪ੍ਰਗਟ ਕਰੀਂ। ਜੀਭ ਬਾਹਰ ਕੱਢ ਲਈ, ਲੰਬਾ ਫੈਲਾ ਕੇ ਢਿੱਡ ਫੈਲਾ ਲਈ। ਕਿਸਾਨ ਸਮਝੇਗਾ ਕਿ ਤੂੰ ਮਰ ਗਿਆ ਹੈ ਤੇ ਉਹ ਤੈਨੂੰ ਛੱਡ ਜਾਵੇਗਾ। ਹਿਰਨ ਨੇ ਕਾਂ ਦਾ ਧੰਨਵਾਦ ਕੀਤਾ। ਜਦ ਕਾਂ ਨੇ ਦੇਖਿਆ ਕਿ ਹਿਰਨ ਆ ਰਿਹਾ ਹੈ ਕਿ ਉਹ ਹੱਥ ਲੰਬਾ ਡਾਂਗ ਲਈ ਮਸਤ ਚਾਲ ਚੱਲਦਾ ਆ ਰਿਹਾ ਹੈ, ਕਾਂ ਨੇ ਹਿਰਨ ਨੂੰ ਖਬਰਦਾਰ ਕਰ ਦਿੱਤਾ। ਹਿਰਨ ਮੁਰਦਾ ਬਣ ਗਿਆ। ਜਦ ਕਿਸਾਨ ਨੇ ਹਿਰਨ ਨੂੰ ਜਾਲ ਵਿੱਚ ਫਸਿਆ ਵੇਖਿਆ ਤੇ ਬੜਾ ਖੁਸ਼ ਹੋਇਆ, ਪਰ ਜਦ ਦੇਖਿਆ ਕਿ ਹਿਰਨ ਤਾਂ ਮਰਿਆ ਹੋਇਆ ਹੈ ਤਾਂ ਬੜਾ ਦੁਖੀ ਹੋਇਆ। ਉਹ ਜਾਲ ਦੀਆਂ ਰੱਸੀਆਂ ਖੋਲ੍ਹਣ ਲੱਗਾ। ਜਿਉਂ ਹੀ ਕਿਸਾਨ ਕਿਸ ਪਾਸੇ ਦੀਆਂ ਰੱਸੀਆਂ ਖੋਲ੍ਹ ਕੇ ਦੂਜੇ ਪਾਸੇ ਦੀਆਂ ਰੱਸੀਆਂ ਖੋਲ੍ਹਣ ਲੱਗਾ ਤਾਂ ਕਾਂ ਨੇ ਆਵਾਜ਼ ਦਿੱਤੀ, ਦੌੜ ਜਾ ਮਿੱਤਰਾ। ਹਿਰਨ ਨੇ ਛਾਲ ਮਾਰੀ, ਹੋ ਗਿਆ। ਕਿਸਾਨ ਨੇ ਗੁੱਸੇ ਵਿੱਚ ਡਾਂਗ ਹਿਰਨ ਦੇ ਪਿੱਛੇ ਵਗਾ ਮਾਰੀ। ਹਿਰਨ ਤਾਂ ਦੂਰ ਨਿਕਲ ਗਿਆ ਸੀ। ਡਾਂਗ ਝਾੜੀ ਵਿੱਚ ਕੁੱਲੇ ਗਿੱਦੜ ਦੇ ਸਿਰ ਵਿੱਚ ਜਾ ਵੱਜੀ। ਗਿੱਦੜ ਉੱਥੇ ਹੀ ਚਿੱਤ ਹੋ ਗਿਆ। ਕਾਂ ਨੇ ਉੱਚੀ ਸਾਰੀ ਪੁਕਾਰਿਆ, ਮਿੱਤਰਤਾ ਦੀ ਜੈ, ਦੁਸ਼ਟ ਦੋਖੀ ਦੀ ਖੈ। ਇਸ ਵੀਡੀਓ ਨੂੰ ਬਾਰ-ਬਾਰ ਪੜ੍ਹੋ ਤੇ ਦੇਖੋ ਤੇ ਸੁਣੋ ਤੇ ਸਮਝੋ।